ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਤੇ ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ। ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਹੋਣਗੇ। ਤੁਹਾਡੇ ਸਵਾਲਾਂ ਦੇ ਜਵਾਬ ਅੱਜ ਦੇ ਸ਼ੋਅ ਦੇ ਵਿੱਚ ਤੁਹਾਨੂੰ ਜ਼ਰੂਰ ਮਿਲਣਗੇ। ਬਾਹਰ ਜਾਣਾ ਸਟੱਡੀ ਕਰਨ ਦੇ ਲਈ ਕੋਈ ਵੀ ਮਨ ਦੇ ਵਿੱਚ ਸਵਾਲ ਹੈ ਤੇ ਇਹ ਸ਼ੋਅ ਦੇ ਜ਼ਰੀਏ ਤੁਹਾਨੂੰ ਪਤਾ ਹੈ ਹਮੇਸ਼ਾ ਤੁਹਾਡੇ ਜਵਾਬ ਤੁਹਾਨੂੰ ਮਿਲਦੇ ਨੇ ਤੇ ਖਾਸ ਗੱਲ ਕਿ ਲਾਈਵ ਸ਼ੋਅ ਚੱਲ ਰਿਹਾ, ਤੁਹਾਨੂੰ ਪਤਾ ਹੀ ਹੈ ਜੀ ਕਿ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ। ਤੁਸੀਂ ਹੁਣੇ ਇਸੇ ਵੇਲੇ ਕਾਲ ਕਰ ਸਕਦੇ ਹੋ, ਲਾਈਵ ਗੱਲਬਾਤ ਕਰ ਸਕਦੇ ਹੋ, ਜੋ ਵੀ ਮਨ ਦੇ ਵਿੱਚ ਸਵਾਲ, ਜੋ ਵੀ ਮਨ ਦੇ ਵਿੱਚ ਡਾਊਟ ਹੈਗਾ ਉਸ ਨੂੰ ਕਲੀਅਰ ਕਰ ਸਕਦੇ ਹੋ। ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਪਹੁੰਚਿਆ ਇੱਕ ਵਾਰ ਫਿਰ ਤੋਂ ਤੁਹਾਡੀ ਫੇਵਰਟ ਕੰਟਰੀ ਕੈਨੇਡਾ ਨੂੰ ਲੈ ਕੇ ਅਸੀਂ ਗੱਲ ਕਰਾਂਗੇ। ਆਈ ਨੋ ਕਿ ਬਹੁਤ ਸਾਰੇ ਡਾਊਟਸ, ਬਹੁਤ ਸਾਰੇ ਸਵਾਲ ਤੁਹਾਡੇ ਮਨ ਦੇ ਵਿੱਚ ਵੀ ਚੱਲ ਰਹੇ ਨੇ ਇਸ ਟਾਈਮ ਕੈਨੇਡਾ ਨੂੰ ਲੈ ਕੇ। ਇਹ ਸਾਰਾ ਕੁਝ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਮਿਸਟਰ ਜਸਮੀਤ ਭਾਟੀਆ ਜੀ ਸਾਡੇ ਨਾਲ ਹੋਣਗੇ। ਸੋ ਜੇਕਰ ਤੁਸੀਂ ਵੀ ਲਾਈਵ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਨੰਬਰ ਤੁਹਾਡੇ ਕੋਲ ਆ ਗਏ ਨੇ, ਜਲਦੀ ਤੋਂ ਜਲਦੀ ਇਹ ਨੰਬਰ ਡਾਇਲ ਕਰਨੇ ਸ਼ੁਰੂ ਕਰ ਦਿਓ ਤੇ ਕਾਲ ਕਰੋ। ਹੈਲੋ ਸਰ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ। ਸੋ ਸਰ, ਕੈਨੇਡਾ ਬਾਰੇ ਹੀ ਸ਼ੁਰੂਆਤ ਕਰਾਂਗੀ। ਕੈਨੇਡਾ ਦਾ ਕੀ ਇਸ ਟਾਈਮ ਟ੍ਰੈਂਡ ਚੱਲ ਰਿਹਾ? ਲਾਸਟ ਵੀਕ ਦੀ ਜੇਕਰ ਮੈਂ ਗੱਲ ਕਰਾਂ, ਰੀਸੈਂਟ ਕੀ ਟ੍ਰੈਂਡ ਹੈਗਾ ਆ? ਸੋ ਜੇ ਕੈਨੇਡਾ ਦੀ ਅਸੀਂ ਗੱਲ ਕਰੀਏ ਤਾਂ ਲਾਸਟ ਵੀਕ ਸਾਡੇ ਕੋਲ 75 ਕੈਨੇਡਾ ਤੋਂ ਵੀਜ਼ਾ ਸਟੈਂਪ ਹੋ ਕੇ ਆਏ, ਜਿਹਦੇ ਵਿੱਚ 55 ਦੇ ਕਰੀਬ ਸਟੂਡੈਂਟ ਸੀ, 12-13 ਵਰਕ ਵੀਜ਼ਾ ਸੀ ਔਰ 7 ਤੋਂ 8 ਟੂਰਿਸਟ ਵੀਜ਼ਾ ਸੀ। ਸੋ ਜੋ ਟ੍ਰੈਂਡ ਓਵਰਆਲ ਚੱਲ ਰਿਹਾ ਸਾਰੇ ਹੀ ਉਹਦੇ ਵਿੱਚ ਜਿਹਨੂੰ ਕਹਿੰਦੇ ਆ ਕਿ ਸਟਰੀਮਸ ਦੇ ਵਿੱਚ ਸਟੂਡੈਂਟ, ਡਿਪੈਂਡੈਂਟ, ਟੂਰਿਸਟ, PR, ਇਹ ਸਾਰੀਆਂ ਚਾਰੋਂ ਟ੍ਰੈਂਡ ਅੰਦਰ ਜੇ ਮੈਂ ਦੇਖਦਾ ਤਾਂ ਇਹ ਪੋਜ਼ਿਟਿਵ ਟ੍ਰੈਂਡ ਚੱਲ ਰਿਹਾ, ਬਹੁਤ ਹੀ ਪੋਜ਼ਿਟਿਵ ਟ੍ਰੈਂਡ ਚੱਲ ਰਿਹਾ ਕੈਨੇਡਾ ਨੂੰ ਲੈ ਕੇ। ਸੋ ਜਿਹੜੇ ਵੀ ਹੁਣ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਆ, ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਰੀਫਾਈਲਿੰਗ ਵਿੱਚ ਵੀ ਬਹੁਤ ਸਾਰੇ ਬੱਚਿਆਂ ਦੇ ਵੀਜ਼ਾਸ ਰਿਸੀਵ ਹੋਏ ਇਸ ਵੀਕ ਦੇ ਅੰਦਰ ਬਹੁਤ ਸਾਰੇ ਬੱਚੇ ਜਿਹੜੇ ਮਲਟੀਪਲ ਟਾਈਮ ਰਿਫਿਊਜ਼ ਹੈਗੇ ਸੀ, ਉਹਨਾਂ ਨੂੰ ਵੀ ਵੀਜ਼ਾਸ ਇਸ ਹਫਤੇ ਆਏ ਔਰ ਬਹੁਤ ਹੀ ਵਧੀਆ ਰਿਜ਼ਲਟ ਰਿਹਾ। ਸੋ ਕੁਝ ਸਟੂਡੈਂਟਸ ਦੇ ਮੈਂ ਐਗਜ਼ਾਮਪਲ ਦੇਣਾ ਚਾਹਾਂਗਾ। ਜਿਵੇਂ ਇੱਕ ਸਟੂਡੈਂਟ ਸੀ 3 ਵਾਰੀ ਰਿਫਿਊਜ਼ ਸੀ, 2 ਵਾਰੀ CDI ਕਾਲਜ ਤੋਂ ਔਰ 1 ਵਾਰੀ ਕਿਸੇ ਹੋਰ ਗਵਰਨਮੈਂਟ ਕਾਲਜ ਤੋਂ। ਉਹਨੂੰ ਅਸੀਂ ਜਦੋਂ ਚੌਥੀ ਵਾਰੀ ਅਲਗੋਮਾ ਯੂਨੀਵਰਸਿਟੀ 'ਚ ਲਗਾਇਆ ਤਾਂ ਉਹਦਾ ਵੀਜ਼ਾ ਆ ਗਿਆ। ਇੱਦਾਂ ਹੀ ਇੱਕ ਹੋਰ ਬੱਚਾ 2 ਵਾਰੀ ਰਿਫਿਊਜ਼ ਸੀ, ਉਹਦਾ ਵੀਜ਼ਾ ਸੀ ਯੂਨੀਵਰਸਿਟੀ ਆਫ ਨਿਊ ਬਰੂਨਜ਼ਵਿਕ 'ਚ ਪੁੱਟ ਅਪ ਕੀਤਾ ਤਾਂ ਉਹਦਾ ਵੀ ਵੀਜ਼ਾ ਆ ਗਿਆ। ਇਸ ਤੋਂ ਇਲਾਵਾ ਇੱਕ ਬੱਚਾ 3 ਮਾਸਟਰਸ ਹੈਗਾ ਸੀ ਐਂਡ ਹੀ ਵਾਜ਼ MA ਇਨ ਲਿਟਰੇਚਰ, ਬਟ ਉਹ ਓਵਰ ਕੁਆਲੀਫਾਈਡ ਸੀ, ਉਹ ਕਾਲਜ 'ਚ ਆਪਣੀ ਫਾਈਲ ਲਗਾਉਂਦਾ ਗਿਆ ਤਾਂ ਉਹਨੂੰ ਵੀ ਰਿਫਿਊਜ਼ਲਸ ਆ ਰਹੀਆਂ ਸੀ। ਤਾਂ ਇਸ ਤੋਂ ਬਾਅਦ ਅਸੀਂ ਉਹਦੀ ਫਾਈਲ MBA ਲਈ ਪੁੱਟ ਕੀਤੀ ਤਾਂ ਉਹਦਾ ਵੀ ਵੀਜ਼ਾ ਅਪਰੂਵਲ ਹੋ ਕੇ ਆ ਗਿਆ ਯੂਨੀਵਰਸਿਟੀ ਕੈਨੇਡਾ ਵੈਸਟ ਵਿੱਚ। ਸੋ ਸਟੂਡੈਂਟਸ ਥੋੜ੍ਹਾ ਜਿਹਾ ਟ੍ਰੈਂਡ ਪੋਜ਼ਿਟਿਵ ਚੱਲ ਰਿਹਾ ਐਂਡ ਮੈਨੂੰ ਲੱਗਦਾ ਕਿ ਜਿਹੜੇ ਮਾਸਟਰ ਸਟੂਡੈਂਟਸ ਹੈਗੇ ਆ, ਖਾਸ ਕਰਕੇ ਜਿਹੜੇ ਮਾਸਟਰ ਸਟੂਡੈਂਟਸ ਹੈ, ਉਹਨਾਂ ਨੂੰ ਮੈਂ ਐਡਵਾਈਸ ਕਰਾਂਗਾ ਕਿ ਉਹ ਯੂਨੀਵਰਸਿਟੀ ਵਿੱਚ ਆਪਣੀ ਫਾਈਲ ਪੁੱਟ ਅਪ ਕਰਨ, ਕਿਉਂਕਿ ਮਾਸਟਰ ਸਟੂਡੈਂਟਸ ਨੂੰ ਯੂਨੀਵਰਸਿਟੀ 'ਚ ਫਾਈਲ ਪੁੱਟ ਅਪ ਕਰਕੇ ਵੀਜ਼ਾ ਸਕਸੈਸ ਰੇਟ ਬੈਟਰ ਦੀ ਉਮੀਦ ਰੱਖ ਸਕਦੇ ਆ। ਕਾਫੀ ਸਾਰੇ ਸਟੂਡੈਂਟਸ ਮੈਂ ਡੇਲੀ ਬੇਸਿਸ 'ਤੇ ਮਿਲ ਰਿਹਾ ਹੈਗਾ। ਮਾਸਟਰ ਸਟੂਡੈਂਟਸ ਕਈ ਵਾਰੀ ਉਹਨਾਂ ਨੂੰ ਰਿਲੇਟਡ ਕੋਰਸ ਨਹੀਂ ਮਿਲਦਾ ਤਾਂ ਡਿਪਲੋਮਾ ਵਿੱਚ ਵੀ ਲਾ ਲੈਂਦੇ ਆ। ਈਵਨ BTech ਸਟੂਡੈਂਟਸ ਜਿਨ੍ਹਾਂ ਦੀ 6 ਈਚ ਹੁੰਦੇ ਆ ਤਾਂ ਉਹਨਾਂ ਨੂੰ ਵੀ ਕੰਸਲਟੈਂਟਸ, ਕਿਉਂਕਿ ਉਹਨਾਂ ਕੋਲ ਕੋਈ ਪੋਸਟ ਗ੍ਰੈਜੂਏਟ ਆਪਸ਼ਨਸ ਨਹੀਂ ਹੁੰਦੀਆਂ ਤਾਂ ਉਹ ਵੀ ਉਹਨਾਂ ਨੂੰ ਅੰਡਰ ਗ੍ਰੈਜੂਏਟ ਡਿਪਲੋਮਾ ਦੇ ਦਿੰਦੇ ਆ ਤਾਂ ਉਸ ਕਰਕੇ ਸਟੂਡੈਂਟਸ ਨੂੰ ਰਿਫਿਊਜ਼ਲ ਆ ਜਾਂਦੀ ਹੈ। ਸੋ ਸਟੂਡੈਂਟਸ ਮੇਰੇ ਕੋਲ ਜਿਵੇਂ ਇੱਕ ਐਗਜ਼ਾਮਪਲ ਹੈ ਕਿ ਜੰਮੂ ਦਾ ਸਟੂਡੈਂਟ ਸੀ, ਦਿੱਲੀ ਤੋਂ ਅਪਲਾਈ ਕੀਤਾ, 6 ਈਚ ਬੈਂਡ ਸੀ, ਹੀ ਵਾਜ਼ BTech ਮਕੈਨੀਕਲ, ਉਹਨੂੰ ਮਕੈਨੀਕਲ ਟੈਕਨੀਸ਼ੀਅਨ ਦਾ ਹੀ ਡਿਪਲੋਮਾ ਦੇ ਦਿੱਤਾ। ਸੋ ਆਲਰੇਡੀ ਤੁਸੀਂ BTech ਹੋ, ਤੁਸੀਂ ਡਿਪਲੋਮਾ ਕਿਉਂ ਕਰੋਗੇ? ਬਿਕੋਜ਼ ਯੂ ਆਰ ਅ ਬੈਚਲਰ ਇਨ ਟੈਕਨੋਲੋਜੀ, ਸਪੈਸ਼ਲਾਈਜੇਸ਼ਨ ਮਕੈਨੀਕਲ ਇੰਜੀਨੀਅਰਿੰਗ ਐਂਡ you are going to do diploma in mechanical engineering technician, so there is no progression in your studies, ਮਤਲਬ ਕਿ ਤੁਸੀਂ ਕੁਝ ਅਹੈਡ ਨਹੀਂ ਪੜ੍ਹਨ ਜਾ ਰਹੇ। ਸੋ ਮੈਨੂੰ ਲੱਗਦਾ ਉੱਥੇ ਕਿਤੇ ਨਾ ਕਿਤੇ ਤੁਸੀਂ ਆਪਣੀ ਫਾਈਲ ਦੇ ਵਿੱਚ ਸਹੀ ਚੀਜ਼ ਨਹੀਂ ਲਗਾ ਰਹੇ। ਸੋ when you are not doing any progression in your studies then visa officer can be little confused। ਸੋ ਉਹੀ ਸਟੂਡੈਂਟ ਨੂੰ ਅਸੀਂ ਅਲਗੋਮਾ ਯੂਨੀਵਰਸਿਟੀ 'ਚ ਪ੍ਰੋਜੈਕਟ ਮੈਨੇਜਮੈਂਟ ਦਿੱਤਾ ਤਾਂ ਉਹਦਾ ਵੀਜ਼ਾ ਲੱਗ ਕੇ ਆ ਗਿਆ। ਸੋ ਜੀ ਕਾਲਸ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਫਸਟ ਕਾਲਰ ਲੈਣੇ ਆ ਅਸੀਂ। ਹੈਲੋ। ਸੋ ਫੋਨ ਡਿਸਕਨੈਕਟ, ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਤੇ ਜਲਦੀ ਤੋਂ ਜਲਦੀ ਕਾਲਸ ਕਰਨੀਆਂ ਸ਼ੁਰੂ ਕਰੋ ਜੀ ਤਾਂ ਕਿ ਤੁਹਾਡਾ ਜਿਹੜਾ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਪਾਣ। ਅੱਛਾ ਸਰ, ਹੁਣ ਜੈਨ ਇਨਟੇਕ ਦੀ ਜੇ ਮੈਂ ਗੱਲ ਕਰਾਂ, ਕਿਉਂਕਿ ਕਾਫੀ ਟਾਈਮ ਤੋਂ ਅਸੀਂ ਜੈਨ ਇਨਟੇਕ ਹੀ ਕਰ ਰਹੇ ਹਾਂ ਔਰ ਤੁਸੀਂ ਕਿਹਾ ਸੀ ਬਹੁਤ ਸਾਰੇ ਕਾਲਜ ਯੂਨੀਵਰਸਿਟੀਜ਼ ਕਲੋਜ਼ ਵੀ ਹੋ ਚੁੱਕੇ ਨੇ, ਹੈ ਨਾ। ਹੁਣ ਇਸ ਟਾਈਮ ਜੇ ਮੈਂ ਗੱਲ ਕਰਾਂ, ਹੁਣ ਕੀ ਸਿਨੈਰੀਓ ਮਿਲੇਗਾ ਜੈਨ ਇਨਟੇਕ? ਸੋ ਜੇ ਜਨਵਰੀ ਆਪਾਂ ਮਈ ਦੋਨਾਂ ਇਨਟੇਕਸ ਦੀ ਇਕੱਠੀ ਗੱਲ ਕਰਦੇ ਹਾਂ, ਸੋ ਅੱਜ ਦੀ ਡੇਟ 'ਚ ਜੇ ਸਟੂਡੈਂਟਸ ਜਨਵਰੀ ਇਨਟੇਕ ਅਪਲਾਈ ਕਰਨਾ ਚਾਹੁੰਦੇ ਨੇ, ਸੋ ਨਾਰਦਰਨ ਕਾਲਜ ਟਿਮਿੰਸ ਜਿਹੜਾ ਕਿ RNIP ਦੇ ਅੰਡਰ ਆਉਂਦਾ ਹੈ, it is open with all the programs right now: computer system technician, business management, mental health addiction program, early childhood education program, global business entrepreneurship, supply chain management program. It is open for all the programs for January, and the fantastic thing about this college is
कि ऑफर लेटर विद इन अ वीक दे देगा। सो स्टूडेंट्स डू नॉट हेजिटेट टू गो हैड विद योर प्रोफाइल इन नॉर्दਰਨ कॉलेज डिमेंस, क्योंकि PR ਲੈਣੀ भी कल ਨੂੰ बहुत सौखी होएगी इस कॉलेज। सो सैकेंड कॉलेज आई विल रिकमेंड इज़ अल्गोंक्विन कॉलेज विच इज़ इन ऑटवा। ਉਹਦਾ एक कैंपस नॉर्थ यॉर्क च है, एक कैंपस मिसीसागा च है, एक कैंपस पेमब्रुक च है, एक कैंपस पर्थ विच है, एंड दे कमिंग अप विद अ न्यू कैंपस इन टोरंटो ऑल्सो। सो इट इज़ एन अमेजिंग एक्सपीरियंस रहेगा, क्योंकि अल्गोंक्विन कॉलेज का जो मेन कैंपस है सच अ वेरी वेरी ह्यूज कैंपस। सो ਉਹਦੇ ਵਿੱਚ ਵੀ कंप्यूटर प्रोग्रामिंग, बिजनेस, मोस्टली सारे प्रोग्राम्स ओपन हैगे हैं, मैनी एट on GTA area also. So student, do not miss this opportunity to apply in a government college in January intake. ਇਸ ਤੋਂ ਇਲਾਵਾ ਅਸੀਂ ਜੇ ਗੱਲ ਕਰਦੇ ਹਾਂ ਤਾਂ ਯੂਨੀਵਰਸਿਟੀ ਕੈਨੇਡਾ ਵੈਸਟ ਇਜ਼ ਓਪਨ ਵਿਚ ਇਜ਼ ਅ ਗ੍ਰੇਟ ਵੀਜ਼ਾ ਸਕਸੈਸ ਰੇਟ ਇਨ ਵੈਨਕੂਵਰ ਬ੍ਰਿਟਿਸ਼ ਕੋਲੰਬੀਆ। ਸੋ ਇਸ ਤੋਂ ਇਲਾਵਾ ਅਲਬਰਟਾ ਵਿੱਚ ਲੈਥਬ੍ਰਿਜ ਕਾਲਜ, ਨੌਰਥਵੈਸਟ ਕਾਲਜ, few programs are open, Medicine Hat College also few programs are open. So student, University of Regina, Saskatchewan Polytechnic, almost there are categories of programs which are open. So if you come to us, then we can guide you accordingly ki which program is suitable for you and where you can apply. Otherwise, if you're looking at May intake, ਤਾਂ ਹੁਣੇ ਕੋਨਸਟੋਗਾ ਕਾਲਜ ਵੀ ਓਪਨ ਹੋ ਚੁੱਕਿਆ, ਜਿਹਦੇ ਵਿੱਚ ਚੁਣਿੰਦਾ ਪ੍ਰੋਗਰਾਮ ਹੀ ਹੁਣ 2-4 ਦਿਨ ਓਪਨ ਰਹਿਣੇ ਆ, ਉਸ ਤੋਂ ਬਾਅਦ ਉਹ ਪ੍ਰੋਗਰਾਮਸ ਵੀ ਕਲੋਜ਼ ਹੋ ਜਾਣੇ ਆ। ਸੂ ਕਾਲਜ ਓਪਨ ਹੋਣ ਵਾਲਾ ਹੈ ਦਿਸ ਵੀਕ, ਐਂਡ ਸੂ ਕਾਲਜ ਦੇ ਜਿਹੜੇ ਪ੍ਰੋਗਰਾਮਸ ਆ ਬਹੁਤ ਜਲਦੀ ਕਲੋਜ਼ ਹੋ ਜਾਂਦੇ ਆ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਲੈਂਪਟਨ ਕਾਲਜ ਜਿਹੜਾ ਕਿ ਬਹੁਤ ਹੀ ਅਫੋਰਡੇਬਲ ਕੈਂਪਸ ਹੈ ਉਹਨਾਂ ਦਾ, ਸਾਰਨੀਆ, ਉੱਥੇ 6 ਪ੍ਰੋਗਰਾਮ ਹੀ ਓਪਨ ਰਹਿ ਗਏ ਆ ਫॉर मे ਇਨਟੇਕ। ਪਰ ਮਜ਼ੇਦਾਰ ਗੱਲ ਇਹ ਹੈ ਕਿ ਉੱਥੇ ਜਿਹੜੇ ਪ੍ਰੋਗਰਾਮਸ ਦੀ ਫੀਸ ਹੈ ਦੈਟ ਇਜ਼ ਅੰਡਰ 15 ਲੱਖ ਰੁਪੀਜ਼, ਮਤਲਬ ਕਿ ਉਹ ਬਹੁਤ ਹੀ ਅਫੋਰਡੇਬਲ ਪ੍ਰੋਗਰਾਮ ਹੈ। ਕੁਝ ਪ੍ਰੋਗਰਾਮ ਦੀ ਫੀਸ ਤਾਂ 11.5 ਲੱਖ ਹੈ 2 ਸਾਲ ਦੀ। ਸੋ ਮੈਨੂੰ ਲੱਗਦਾ ਨਹੀਂ ਹੈ ਇਸ ਟਾਈਮ 'ਤੇ ਕੈਨੇਡਾ ਵਿੱਚ 11.5 ਲੱਖ 2 ਸਾਲ ਦੀ ਫੀਸ ਹੋਏਗੀ, ਬਟ ਇਹ ਪ੍ਰੋਗਰਾਮਸ ਕੁਝ 2-4 ਦਿਨ ਹੀ ਹੋਰ ਓਪਨ ਰਹਿਣਗੇ, ਇਸ ਤੋਂ ਬਾਅਦ ਉਹ ਕਲੋਜ਼ ਹੋ ਜਾਣਗੇ। ਸੋ ਸਟੂਡੈਂਟਸ, ਅੱਜ ਦੀ ਡੇਟ 'ਚ ਜੇ ਅਸੀਂ ਜਨਵਰੀ 23 ਜਾਂ ਮਈ 23 ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਆਪਸ਼ਨਸ ਹੱਲੇ ਵੀ ਅਵੇਲੇਬਲ ਹੈਗੀਆਂ। ਤੁਸੀਂ ਜੇ ਹੱਲੇ ਸਿਰਫ ਸੋਚੀ ਜਾ ਰਹੇ ਹੋ ਤਾਂ ਆਈ ਫੀਲ ਯੂ ਸ਼ੁੱਡ ਗੋ ਹੈਡ ਐਂਡ ਅਪਲਾਈ ਇਮੀਡੀਏਟਲੀ। ਜੀ ਬਿਲਕੁਲ ਜੀ ਬਿਲकुल। ਸੋ ਜਲਦ ਤੋਂ ਜਲਦ ਅਪਲਾਈ ਕਰਨ ਦੀ ਕੋਸ਼ਿਸ਼ ਕਰਨਾ। ਅਸੀਂ ਹਮੇਸ਼ਾ ਤੋਂ ਹੀ ਕਹਿੰਦੇ ਆ ਕਿ ਜਦੋਂ ਅਸੀਂ ਵੇਟ ਕਰਦੇ ਰਹਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਕਾਲਜ ਜਾ ਕੇ ਕਰਾਂਗੇ, ਫਿਰ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ ਨੇ। ਸੋ ਜੈਨ ਇਨਟੇਕ ਕੁਝ ਇੱਕ ਸੀਟਸ ਤੁਹਾਡੇ ਕੋਲ ਅਵੇਲੇਬਲ ਹੈ। ਅੱਛਾ ਸਰ, ਕਿੱਦਾਂ ਦੇ ਪ੍ਰੋਫਾਈਲ ਵਾਲੇ ਨੂੰ ਤੁਸੀਂ ਸੁਜੈਸਟ ਕਰੋਗੇ ਇਸ ਟਾਈਮ ਕਿ ਉਹੀ ਬੱਚਾ ਅਪਲਾਈ ਕਰੇ, ਉਸੇ ਬੱਚੇ ਦਾ ਵੀਜ਼ਾ ਆ ਸਕਦਾ ਹੈ? ਤੇ ਕਿਹੜੀ ਕੈਟਾਗਰੀਜ਼, ਕਿਹੜੀ ਪ੍ਰੋਫਾਈਲ ਨੂੰ ਤੁਸੀਂ ਕਹੋਗੇ ਕਿ ਨਹੀਂ ਤੁਹਾਨੂੰ ਜਾਂ ਤਾਂ ਆਪਣੇ ਪ੍ਰੋਫਾਈਲ 'ਚ ਚੇਂਜਸ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਕੰਟਰੀ ਚੇਂਜ ਕਰਨ ਦੀ ਜ਼ਰੂਰਤ ਹੈ? ਸੋ ਦੇਖੋ, ਪਹਿਲੀ ਗੱਲ ਤਾਂ ਹੁਣ ਇੱਕ ਚੀਜ਼ ਕਲੀਅਰ ਹੈ ਕਿ ਜਿਹੜੇ 1 'ਚ 5.5 ਬੈਂਡ ਵਾਲੇ ਬੱਚੇ ਹੈਗੇ ਆ ਉਹਨਾਂ ਨੂੰ ਕੈਨੇਡਾ ਨਹੀਂ ਅਪਲਾਈ ਕਰਨਾ ਚਾਹੀਦਾ, ਬਿਕੋਜ਼ ਦਾ ਵੀਜ਼ਾ ਚਾਂਸ ਇਜ਼ 50-50 ਉਹਨਾਂ ਵਾਸਤੇ। ਬਟ ਕਾਫੀ ਸਾਰੇ ਬੱਚੇ ਇੱਦਾਂ ਆਉਂਦੇ ਆ ਕਿ ਅਸੀਂ 1 'ਚ 5.5 ਬੈਂਡ ਨਾਲ ਅਪਲਾਈ ਕਰਨਾ ਹੈ ਔਰ ਚਾਂਸ ਲੈਣਾ ਚਾਹੁੰਦੇ ਹਾਂ। ਬਟ ਜੇ ਤੁਸੀਂ ਚਾਂਸ ਵੀ ਲੈਣਾ ਚਾਹੁੰਦੇ ਆ ਤਾਂ ਅਪਲਾਈ ਇਨ ਅ ਗਵਰਨਮੈਂਟ ਕਾਲਜ। ਫਿਰ ਆਏ ਨੇ PT ਵਾਲੇ ਬੱਚੇ। ਸੋ PT ਦੇ ਸੱਚ 56, 57, 58, 59 ਤੇ ਕਾਫੀ ਵੀਜ਼ਾਸ ਦੇਖਣ ਨੂੰ ਮਿਲੇ, ਬਟ ਮੈਂ ਫਿਰ ਵੀ 59 ਐਂਡ ਅਬਵ ਦਾ ਹੀ ਸਕੋਰ ਸਟੂਡੈਂਟਸ ਨੂੰ ਗਾਈਡ ਕਰਾਂਗਾ ਫॉर ਕੈਨੇਡਾ ਸਟੂਡੈਂਟ ਵੀਜ਼ਾ, ਬਿਕੋਜ਼ ਦੈਨ ਇਟ ਕੈਨ ਬੀ ਬੈਟਰ ਸਕਸੈਸ ਰੇਟ। ਬਟ ਜਦੋਂ PT ਵਾਲੇ ਬੱਚੇ ਫਾਈਲ ਲਗਾ ਰਹੇ ਆ, ਇੱਕ ਚੀਜ਼ ਦਾ ਖਿਆਲ ਰੱਖਣ ਕਿ ਦੋਨੋਂ ਚੀਜ਼ਾਂ ਵੀਕ ਨਹੀਂ ਹੋ ਸਕਦੀਆਂ। ਜੇ ਅਸੀਂ ਗੱਲ ਕਰੀਏ, ਇੱਕ ਤਾਂ ਆਪਣੀ PT ਤੇ ਫਾਈਲ ਹੈ, ਔਰ ਜੇ ਤੁਹਾਡਾ ਐਕੈਡੈਮਿਕਲੀ ਵੀ ਵੀਕ ਹੈਗਾ, ਸਪੋਜ਼ ਯੂ ਆਰ ਕੀ ਕਹਿੰਦੇ ਆ ਤੁਹਾਡੇ परसेंटेज भी 56 है और ਤੁਹਾਡੇ PT 'ਚ ਵੀ 57 है, ਤਾਂ देयर आर हाई चांसेस ऑफ रिफ्यूजल। बट ਜੇ ਤੁਹਾਡੀ ਐਕੈਡੈਮਿਕਲੀ ਸਟਰੋਂਗ ਹੈ, ਲਾਈਕ ਯੂਰ ਪਰਸੈਂਟੇਜ ਇਜ਼ ਅਬਵ 65%, 70%, 75, 80% ਐਂਡ ਤੁਹਾਡੀ ਐਕੈਡੈਮਿਕਲੀ ਅੱਛੇ ਹੈ ਨੰਬਰ, ਔਰ ਫਿਰ ਤੁਸੀਂ PT ਦੇ ਨਾਲ ਫਾਈਲ ਲਗਾ ਰਹੇ ਹੋ, ਦੈਨ ਦਾ ਵੀਜ਼ਾ ਚਾਂਸਿਸ ਆਰ ਵੈਰੀ ਵੈਰੀ ਬ੍ਰਾਈਟ। ਸੋ ਇਹ ਸਾਰੀਆਂ ਚੀਜ਼ਾਂ ਸਟੂਡੈਂਟਸ ਨੂੰ ਅਸੈਸ ਕਰ ਲੈਣੀਆਂ ਚਾਹੀਦੀਆਂ। ਔਰ ਜੇ ਸਟੂਡੈਂਟ ਤੁਹਾਡੇ ਨੰਬਰ ਘੱਟ ਹੈ, ਸਪੋਜ਼ ਤੁਹਾਡੇ 65-60% ਨੰਬਰ ਹੈ, ਦੈਨ ਇਫ ਯੂ ਅਪਲਾਈ, ਤੁਹਾਡਾ ਭਾਵੇਂ 8 ਬੈਂਡ ਹੈ, ਦੈਨ ਯੂ ਨੀਡ ਟੂ ਡੂ ਯੋਰ ਅਸੈਸਮੈਂਟ ਆਫ ਯੋਰ ਫਾਈਲ ਕਿ ਮੈਂ ਹੁਣ ਕਿੱਥੇ ਅਪਲਾਈ ਕਰਾਂ ਜਿੱਥੇ ਮੇਰਾ ਵੀਜ਼ਾ ਆ ਸਕਦਾ। ਸੋ ਸਟੂਡੈਂਟਸ, ਵੈਨਐਵਰ ਯੂ ਅਪਲਾਈ ਯੂ ਨੀਡ ਅ ਗੁੱਡ ਕੰਸਲਟੈਂਟ, ਜਿਨ੍ਹਾਂ ਨੂੰ ਐਕਸਪੀਰੀਅੰਸ ਹੋਵੇ, ਜਿਨ੍ਹਾਂ ਨੂੰ ਪਤਾ ਹੋਵੇ ਕਿ ਕਿੱਦਾਂ ਤੁਹਾਡੀ ਫਾਈਲ ਲੱਗਣੀ ਚਾਹੀਦੀ ਹੈ। ਸੋ ਯੂ ਕੈਨ ਕਾਲ ਅਸ ਐਟ 9041390412। ਬਟ ਜੇ ਤੁਸੀਂ ਸੀਰੀਅਸ ਹੋ ਆਪਣੇ ਕੈਨੇਡਾ ਦੇ ਸਫ਼ਰ ਲਈ, ਤਾਂ ਮੇਰੇ ਹਿਸਾਬ ਨਾਲ ਫੋਨ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰੋ, ਸਾਡੇ ਕਾਉਂਸਲਰਸ ਨੂੰ ਮਿਲੋ, ਪ੍ਰੋਪਰ ਕਾਉਂਸਲਿੰਗ ਲਓ, ਤਾਂ ਕਿ ਇਸ ਚੀਜ਼ ਦੀ ਇੱਕ ਚੀਜ਼ ਅਸੈਸ ਹੋ ਸਕੇ ਕਿ ਯੂ ਆਰ ਐਲੀਜੀਬਲ ਔਰ ਨਾਟ। ਸੋ ਕੈਨੇਡਾ ਦੀ ਹੁਣ ਜੇ ਗੱਲ ਕਰਦੇ ਹਾਂ ਤਾਂ ਬਹੁਤ ਖੁੱਲ੍ਹੇ
ਦਿਨ ਨਾਲ ਵੀਜ਼ਾਸ ਆ ਰਹੇ ਨੇ, ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜਦੋਂ ਵੀਜ਼ਾਸ ਆਉਂਦੇ ਆ ਤਾਂ ਉਹਦੇ ਨਾਲ ਰਿਫਿਊਜ਼ਲਸ ਵੀ ਆਉਂਦੀਆਂ, ਦੋਨੋਂ ਚੀਜ਼ਾਂ ਹੈਂਡ ਇਨ ਹੈਂਡ ਹੈਗੀਆਂ ਜੀ ਸਰ। ਕਾਲਸ ਆਉਣੀਆਂ ਵੀ ਸਟਾਰਟ ਹੋ ਗਈਆਂ ਨੇ। ਹੈਲੋ हेलो। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? हाँ जी, हाँ जी, मैं मोहित गल कर रहा। ਮੋਹਿਤ ਕਿੱਥੋਂ ਗੱਲ ਕਰ ਰਹੇ ਹੋ, ਕੀ ਸਵਾਲ? मैं लुधियाने ਤੋਂ ਗੱਲ ਕਰ ਰਿਹਾ। ਐਕਚੁਅਲੀ ਮੈਂ ਤੁਹਾਡਾ ਸ਼ੋਅ ਦੇਖ ਰਿਹਾ ਸੀਗਾ ਤੇ ਮੈਨੂੰ ਆਪਣਾ ਨਾ ਐਕਚੁਅਲੀ ਗ੍ਰੈਜੂਏਸ਼ਨ ਮੈਂ 2021 ਚ ਕੀਤੀ ਹੋਈ ਹੈ ਠੀਕ ਹੈ। ਤੇ ਆਰਟਸ ਤੋਂ ਮੇਰੀ ਗ੍ਰੈਜੂਏਸ਼ਨ ਹੈ। ਉਸ ਤੋਂ ਬਾਅਦ ਆਈਐਲਟਸ ਮੈਂ ਇੱਕ ਵਾਰੀ ਅਟੈਂਪਟ ਕਰਤਾ ਸੀਗਾ ਲੇਕਿਨ ਬੈਂਡ ਨਹੀਂ ਆਏ। ਦੂਜੀ ਵਾਰ ਫਿਰ ਅਟੈਂਪਟ ਕਰਤਾ ਤਾਂ ਵੀ ਬੈਂਡ ਨਹੀਂ ਆਏ। ਤੀਜੀ ਵਾਰ ਹੁਣ ਮੇਰੇ 6 ਬੈਂਡ ਮਤਲਬ ਆਲ ਓਵਰ 6 ਬੈਂਡ ਹੈਗੇ ਨੇ ਠੀਕ ਹੈ। ਕਿਉਂਕਿ ਆਈਐਲਟਸ ਦੇ ਵਿੱਚ ਹੀ 1 ਸਾਲ ਖਰਾਬ ਹੋ ਗਿਆ। 2-3 ਵਾਰੀ ਪੇਪਰ ਦਿੱਤਾ ਮੈਂ, ਮੇਰੇ ਬੈਂਡ ਨਹੀਂ ਆਏ। ਫਿਰ ਮੈਂ ਮਤਲਬ ਉਹ ਗੈਪ ਹੋ ਗਿਆ 2022 ਵਾਲਾ ਮੇਰਾ ਜੇ ਗੈਪ ਮੈਂ ਅਪਲਾਈ ਨਹੀਂ ਕਰ ਪਾਇਆ ਕੈਨੇਡਾ ਦਾ। 5.5 ਤਾਂ ਨਹੀਂ ਹੈਗੇ ਕਿਸੇ ਚੋਂ? 5.5 ਤਾਂ ਨਹੀਂ ਹੈਗੇ? ਨਹੀਂ ਸਾਰੇ ਬੰਦ ਕਿਸੇ ਚ ਵੀ ਨਹੀਂ ਹੈਗੇ, 6 ਨੇ। ਤੇ ਹੁਣ ਮੈਨੂੰ ਅਗਰ ਮੈਂ 6 ਦੇ ਨਾਲ ਅਪਲਾਈ ਕਰਾਂ ਤਾਂ ਕੈਨੇਡਾ ਦਾ ਹੋ ਸਕਦਾ ਜੈਨ ਇਨਟੇਕ ਦੇ ਵਿੱਚ ਮੈਨੂੰ ਕਿਹੜੀ ਤੇ ਕਿਹੜਾ ਕਾਲਜ ਜਿਹੜਾ ਜੇ ਤੁਸੀਂ ਜੱਜ ਕਰ ਦੋਗੇ ਔਰ ਮੈਂ ਗਵਰਨਮੈਂਟ ਤੇ ਜਾਣਾ ਹੈ। ਗਵਰਨਮੈਂਟ ਤੁਹਾਨੂੰ ਦੱਸਾਂ ਕਿ ਮੈਂ ਪਬਲਿਕ ਯੂਨੀਵਰਸਿਟੀ ਅਪਲਾਈ ਕਰਨਾ, ਪ੍ਰਾਈਵੇਟ ਵਿੱਚ ਨਹੀਂ ਅਪਲਾਈ ਕਰਨਾ। ਓਕੇ, ਤੇ ਗ੍ਰੈਜੂਏਸ਼ਨ ਚ ਕਿੰਨੇ % ਨੰਬਰ ਸੀਗੇ ਤੁਹਾਡੇ? ਹਾਂਜੀ, ਗ੍ਰੈਜੂਏਸ਼ਨ 64। 64 ਠੀਕ ਹੈ। ਮੋਹਿਤ ਜੀ ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ। ਜੀ ਸਰ, ਆਰਟਸ ਦੇ ਵਿੱਚ 64% 2000। ਸੋ ਆਰਟਸ ਦੇ ਵਿੱਚ 64% ਹੈਗੇ ਆ ਜੇ ਤੁਹਾਡੇ ਤਾਂ +2 ਕੀਤੀ ਹੈ 6E ਚੋਂ ਤਾਂ ਓਕੇ ਹੈ ਪ੍ਰੋਫਾਈਲ, ਨਾਟ ਪ੍ਰੋਬਲਮ। ਤੁਸੀਂ ਜੇ ਪੋਲੀਟੀਕਲ ਸਾਇੰਸ ਕੀਤੀ ਹੈ ਤਾਂ ਪ੍ਰੋਟੈਕਸ਼ਨ ਸਿਕਿਉਰਿਟੀ ਇਨਵੈਸਟੀਗੇਸ਼ਨ ਦਾ ਪ੍ਰੋਗਰਾਮ ਕਰਨ ਜਾ ਸਕਦੇ ਹੋ, ਪੁਲਿਸ ਫਾਊਂਡੇਸ਼ਨ ਦਾ ਪ੍ਰੋਗਰਾਮ ਕਰਨ ਜਾ ਸਕਦੇ ਹੋ। ਜੇ ਹਸਪਿਟੈਲਿਟੀ 'ਚ ਕੁਝ ਕਰਨਾ ਚਾਹੁੰਦੇ ਹੋ ਤਾਂ ਹਸਪਿਟੈਲਿਟੀ ਦਾ ਪ੍ਰੋਗਰਾਮ ਕਰਨ ਜਾ ਸਕਦੇ ਹੋ, ਟਰੈਵਲ ਐਂਡ ਟੂਰਿਜ਼ਮ ਦਾ ਪ੍ਰੋਗਰਾਮ ਕਰਨ ਜਾ ਸਕਦੇ ਹੋ। ਈਵਨ ਲੜਕੇ ਹੋ ਜੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ। ਜੇ ਸੋਸ਼ੀਓਲੋਜੀ ਪੜ੍ਹੀ ਹੈ ਤਾਂ ਸੋਸ਼ਲ ਸਰਵਿਸ ਵਰਕਰ ਡਿਪਲੋਮਾ ਦਾ ਵੀ ਪ੍ਰੋਗਰਾਮ ਕਰਨ ਜਾ ਸਕਦੇ ਹੋ। ਜੀ ਸੋ ਸਰ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ, ਇਸ ਤੋਂ ਇਲਾਵਾ ਜੇ ਮੈਂ ਗੈਪ ਦੀ ਗੱਲ ਕਰਾਂ, ਮੈਕਸਿਮਮ ਗੈਪ ਕਿੰਨਾ? ਮੈਕਸਿਮਮ ਗੈਪ ਦੇਖੋ ਮੇਰੇ ਹਿਸਾਬ ਨਾਲ ਤਾਂ ਜੇ ਗੈਪ ਜਸਟੀਫਾਈਡ ਹੈ ਮੈਂ ਉਹਨੂੰ ਗੈਪ ਨਹੀਂ ਗਿਣਦਾ। 15-16 ਸਾਲ ਦਾ ਵੀ ਜੇ ਤੁਹਾਨੂੰ ਐਕਸਪੀਰੀਅੰਸ ਹੈਗਾ ਤਾਂ ਉਸ ਦੇ ਬਾਵਜੂਦ ਵੀ ਤੁਸੀਂ ਯੂਨੀਵਰਸਿਟੀ ਵਿੱਚ ਫਾਈਲ ਲਗਾਓ। ਸੋ ਜਿਨ੍ਹਾਂ ਨੂੰ ਜ਼ਿਆਦਾ ਐਕਸਪੀਰੀਅੰਸ ਹੈਗਾ, ਮਾਸਟਰਸ ਤੋਂ ਬਾਅਦ 10 ਸਾਲ ਦਾ ਐਕਸਪੀਰੀਅੰਸ ਹੈ, 12 ਸਾਲ ਦਾ ਐਕਸਪੀਰੀਅੰਸ ਹੈ ਜਾਂ ਬੀਟੈਕ ਤੋਂ ਬਾਅਦ ਵੀ ਐਕਸਪੀਰੀਅੰਸ ਹੈਗਾ 10 ਸਾਲ ਦਾ, ਦੇ ਕੈਨ ਆਲਸੋ ਪ੍ਰੋਸੀਡ ਫॉर ਕੈਨੇਡਾ। ਆਈ ਵਿਲ ਟੈਲ ਯੂ ਕੈਨੇਡਾ ਇਜ਼ ਦ ਮੋਸਟ ਫਲੈਕਸੀਬਲ ਕੰਟਰੀ ਜਿਹਦੇ 'ਚ ਆਪਾਂ ਸਟੂਡੈਂਟ ਵੀਜ਼ਾ ਦੀ ਫਾਈਲ ਲਗਾ ਸਕਦੇ ਹਾਂ ਵਿਦ ਯੋਰ ਜਸਟੀਫਾਈਡ ਗੈਪ, ਨਾਟ ਜਸਟ ਗੈਪ। ਜੇ ਅਸੀਂ +2 ਤੋਂ ਬਾਅਦ ਦੀ ਗੱਲ ਕਰੀਏ ਤਾਂ 3 ਤੋਂ 4 ਸਾਲ ਦਾ ਗੈਪ ਐਕਸੈਪਟੇਬਲ ਹੈਗਾ ਵਿਦਆਊਟ ਐਨੀ ਜਸਟੀਫਿਕੇਸ਼ਨ। ਜੇ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਗੱਲ ਦੀ ਕਰੀਏ ਜੇ ਜ਼ਿਆਦਾ ਗੈਪ ਹੈ ਤਾਂ ਉਹਦੇ ਵਿੱਚ ਤੁਹਾਨੂੰ ਜਸਟੀਫਿਕੇਸ਼ਨ ਦੇਣ ਦੀ ਲੋੜ ਹੈਗੀ ਹੈ, ਬਟ ਯੂਨੀਵਰਸਿਟੀ ਵਿੱਚ ਹੀ ਪ੍ਰੋਸੀਡ ਕਰੋ ਵੈਨ ਯੂ ਹੈਵ ਮਚ ਗੈਪ। ਜਦੋਂ ਕਾਲਜਸ 'ਚ ਲਾਉਂਦੇ ਆ ਤਾਂ ਉੱਥੇ ਦਿੱਕਤ ਆ ਸਕਦੀ ਹੈ, ਬਟ ਯੂਨੀਵਰਸਿਟੀ ਵਿੱਚ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਓਕੇ ਠੀਕ ਹੈ ਜੀ। ਸੋ ਗੈਪ ਅੱਛਾ ਤੁਹਾਡਾ ਪ੍ਰੋਫਾਈਲ ਹੈਗਾ, ਵਧੀਆ ਤੁਸੀਂ ਕੰਮ ਕਰ ਇੰਨੇ ਟਾਈਮ 'ਚ ਕਰ ਰਹੇ ਹੈਗੇ ਹੋ, ਜਸਟੀਫਿਕੇਸ਼ਨ ਹੈਗੀ ਹੈ, ਗੈਪ ਦੀ ਕੋਈ ਦਿੱਕਤ ਨਹੀਂ ਕੈਨੇਡਾ। ਅੱਛਾ, ਇਹ ਗੈਪ ਜਿਹੜਾ ਆਫਟਰ +2 ਵੀ ਚੱਲੇਗਾ ਜਾਂ ਗ੍ਰੈਜੂਏਟ ਹੋਣਾ ਹੀ ਚਾਹੀਦਾ ਮਿਨੀਮਮ? ਸੋ ਗੈਪ +2 ਤੋਂ ਬਾਅਦ ਵੀ ਐਕਸੈਪਟੇਬਲ ਹੈ 3 ਤੋਂ 4 ਸਾਲ ਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਗ੍ਰੈਜੂਏਸ਼ਨ ਤੋਂ ਬਾਅਦ ਤਾਂ 15-16 ਸਾਲ ਦਾ ਐਕਸਪੀਰੀਅੰਸ ਵੀ ਚੱਲੇਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਜੇ +2 ਤੋਂ ਬਾਅਦ ਵੀ ਜੇ ਤੁਸੀਂ ਕਿਤੇ ਜੌਬ ਕੀਤੀ ਹੈ ਦੈਟ ਇਜ਼ ਆਲਸੋ ਐਕਸੈਪਟੇਬਲ। ਬਟ ਫਿਰ ਮੈਂ ਉਹੀ ਕਹਾਂਗਾ ਜੇ ਤੁਸੀਂ ਵੀਜ਼ਾ ਪੋਜ਼ਿਟਿਵ ਕਰਨਾ ਚਾਹੁੰਦੇ ਹੋ ਆਪਣਾ, ਦੈਨ ਯੂ ਸ਼ੁੱਡ ਟੇਕ ਅਪ ਯੂਨੀਵਰਸਿਟੀ। ਓਕੇ ਡਨ ਜੀ, ਯੂਨੀਵਰਸਿਟੀ ਦੇ ਵਿੱਚ ਹੀ ਅਪਲਾਈ ਕਰੋ। ਅੱਛਾ ਸਰ, ਲੋਕੇਸ਼ਨਸ ਦੀ ਜੇਕਰ ਮੈਂ ਗੱਲ ਕਰਾਂ, ਕਿਤੇ ਨਾ ਕਿਤੇ ਮੈਟਰ ਕਰਦੀਆਂ ਨੇ। ਕੈਨੇਡਾ ਦੇ ਵਿੱਚ ਤੁਹਾਡੇ ਅਕੋਰਡਿੰਗ ਬੈਸਟ ਲੋਕੇਸ਼ਨਸ, ਚਾਹੇ ਉਹ ਸਟੱਡੀ ਪੱਖੋਂ ਹੋਵੇ, ਚਾਹੇ ਅੱਗੇ ਜਾ ਕੇ ਕੰਮਕਾਰ, ਚਾਹੇ PR, ਕਿਹੜੀਆਂ ਹੈਗੀਆਂ? ਸੋ ਅੱਜ ਦੀ ਡੇਟ 'ਚ ਦੇਖੋ ਜੇ ਲੋਕੇਸ਼ਨ ਦੀ ਗੱਲ ਕਰੀਏ, ਇੰਪਲੋਇਮੈਂਟ ਨੂੰ ਦੇਖਦਿਆਂ ਹੋਇਆਂ ਤਾਂ ਸਾਰੀਆਂ ਲੋਕੇਸ਼ਨਸ 'ਤੇ ਹੀ ਬਹੁਤ ਜ਼ਿਆਦਾ ਕੰਮਕਾਰ ਹੈਗਾ। ਅੱਜ ਦੀ ਡੇਟ 'ਚ ਲੇਬਰ ਸ਼ਾਰਟੇਜ ਇਜ਼ ਅ ਗਲੋਬਲ ਪ੍ਰੋਬਲਮ। ਇੰਡੀਆ 'ਚ ਵੀ ਜੇ ਅਸੀਂ ਗੱਲ ਕਰੀਏ ਤਾਂ ਕੰਮ ਕਰਨ ਵਾਲੇ ਬੰਦੇ ਨਹੀਂ ਮਿਲਦੇ, ਔਰ ਇਸ ਇੰਨੀ ਪਾਪੂਲੇਸ਼ਨ ਹੋਣ ਤੋਂ ਬਾਵਜੂਦ ਵੀ ਸਾਨੂੰ ਕੰਮ ਕਰਨ ਲਈ ਬੰਦੇ ਨਹੀਂ ਮਿਲਦੇ। ਪਰ ਕੈਨੇਡਾ ਦੀ ਤਾਂ ਪਾਪੂਲੇਸ਼ਨ ਹੀ 3.5 ਕਰੋੜ ਹੈ। ਸੋ 3.5 ਕਰੋੜ 'ਚ ਦੇयर ਇਜ਼ ਐਕਿਊਟ ਲੇਬਰ ਸ਼ਾਰਟੇਜ ਗਲੋਬਲੀ। USA, ਕੈਨੇਡਾ, ਆਸਟ੍ਰੇਲੀਆ, UK, ਯੂਰਪ, ਹਰ ਕਿਤੇ ਹੀ ਬਹੁਤ ਜ਼ਿਆਦਾ ਲੇਬਰ ਸ਼ਾਰਟੇਜ ਦੀ ਅੱਜ ਕੱਲ੍ਹ ਇਸ਼ੂ ਆ ਰਿਹਾ। ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਮੈਨੂੰ ਲੱਗਦਾ ਹੈ ਕਿ ਸਟੂਡੈਂਟਸ ਨੂੰ ਕੋਈ ਵੀ ਸ਼ਹਿਰ ਚੂਜ਼ ਕਰ ਲੈਣਾ ਚਾਹੀਦਾ, ਬਟ ਜਿੱਥੇ PR ਜਲਦੀ ਹੋਵੇ ਉਸ ਲਈ ਮੈਂ ਕੁਝ ਸ਼ਹਿਰਸ ਐਡਵਾਈਸ ਜ਼ਰੂਰ ਕਰਾਂਗਾ। ਕਿਉਂਕਿ PR ਲੈਣ ਲਈ ਜਦੋਂ ਬੱਚੇ ਵੈਨਕੂਵਰ ਜਾਂ ਟੋਰਾਂਟੋ ਜਾਂਦੇ ਆ ਔਰ ਫਿਰ ਉੱਥੇ PR ਨਹੀਂ ਹੁੰਦੀ ਅਤੇ ਉਹ ਕਿਤੇ ਨਾ ਕਿਤੇ ਹੋਰ ਮੂਵ ਕਰਦੇ ਆ। ਸੋ ਪਹਿਲਾਂ ਹੀ ਕਿਉਂ ਨਾ ਅਸੀਂ ਡਿਸੀਜਨ ਲਈਏ ਇੱਦਾਂ ਦਾ ਕਿ ਸਾਡੀ PR
ਹੋ ਜਾਏ, ਉਸੇ ਸ਼ਹਿਰ 'ਚ ਪੜ੍ਹਨ ਜਾਈਏ ਤਾਂ ਕਿ ਸਾਨੂੰ ਮੂਵ ਨਾ ਕਰਨਾ ਪਏ, ਬਾਅਦ 'ਚ ਦੁਬਾਰਾ ਪੜ੍ਹਾਈ ਨਾ ਕਰਨੀ ਪਏ, ਸਕ੍ਰੈਚ ਤੋਂ ਸ਼ੁਰੂ ਨਾ ਕਰਨਾ ਪਏ। ਸੋ ਜੇ ਤੁਸੀਂ ਉਸੇ ਸ਼ਹਿਰਾਂ 'ਚ ਹੀ, ਉਹਨਾਂ ਸ਼ਹਿਰਾਂ ਵਿੱਚ ਹੀ ਪੜ੍ਹਾਈ ਆਪਣੀ ਕਰੋਗੇ ਤਾਂ ਤੁਹਾਡੇ ਲਿੰਕਸ ਵੀ ਚੰਗੇ ਬਣ ਜਾਣਗੇ, ਔਰ ਲਿੰਕਸ ਦੇ ਬਣਨ ਦੇ ਨਾਲ ਤੁਹਾਨੂੰ PR 'ਚ ਹੋਰ ਸੌਖਾ ਹੋ ਜਾਏਗਾ। ਸੋ ਸਸਕੈਚੁਅਨ ਇੱਕ ਇੱਦਾਂ ਦਾ ਪ੍ਰੋਵਿੰਸ ਹੈਗਾ ਜਿਹੜਾ ਕਿ ਤੁਸੀਂ ਮਸਟ ਚੂਜ਼ ਕਰੋ ਫॉर ਈਜ਼ੀ PR ਆਪਸ਼ਨਸ। ਇਸ ਤੋਂ ਇਲਾਵਾ ਅਟਲਾਂਟਿਕ ਪ੍ਰੋਵਿੰਸਿਸ 'ਚ ਨਿਊ ਬਰੂਨਜ਼ਵਿਕ ਇੱਦਾਂ ਦਾ ਪ੍ਰੋਵਿੰਸ ਹੈਗਾ, ਨੋਵਾ ਸਕੋਸ਼ੀਆ ਇੱਦਾਂ ਦਾ ਪ੍ਰੋਵਿੰਸ ਹੈਗਾ, ਪ੍ਰਿੰਸ ਐਡਵਰਡ ਆਈਲੈਂਡ ਇੱਦਾਂ ਦਾ ਪ੍ਰੋਵਿੰਸ ਹੈਗਾ, ਨਿਊ ਫਾਊਂਡਲੈਂਡ ਲੈਬਰਾਡੋਰ ਵੀ ਹੈਗਾ। ਬਟ ਨਿਊ ਫਾਊਂਡਲੈਂਡ ਲੈਬਰਾਡੋਰ ਔਰ ਪ੍ਰਿੰਸ ਐਡਵਰਡ ਦੀ ਗੱਲ ਕਰਾਂ ਤਾਂ ਇੰਨੀਆਂ ਜ਼ਿਆਦਾ ਆਪਸ਼ਨ ਸਟੂਡੈਂਟਸ ਕੋਲ ਨਹੀਂ ਹੈਗੀਆਂ। ਹੁਣ ਜੇ ਅਸੀਂ ਹੋਰ ਗੱਲ ਕਰਦੇ ਹਾਂ ਤਾਂ ਇੱਕ RNIP ਪ੍ਰੋਗਰਾਮ ਵੀ ਕੈਨੇਡਾ ਸਰਕਾਰ ਵੱਲੋਂ ਲਾਂਚ ਕੀਤਾ ਗਿਆ, ਔਰ ਉਹਦੇ ਅੰਡਰ ਬਹੁਤ ਸਾਰੇ ਸ਼ਹਿਰ ਆਏ। ਉਹਦੇ ਵਿੱਚ ਓਨਟਾਰੀਓ ਦੇ ਵੀ, ਜਿਵੇਂ ਅਸੀਂ ਓਨਟਾਰੀਓ ਪ੍ਰੋਵਿੰਸ ਕਹਿੰਦੇ ਹਾਂ, ਉਹਦੇ ਵੀ ਬਹੁਤ ਸਾਰੇ ਸ਼ਹਿਰ ਹੈਗੇ ਆ ਜਿਨ੍ਹਾਂ 'ਚ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਈਜ਼ੀ PR ਆਪਸ਼ਨਸ ਹੈਗੀਆਂ। ਜੀ ਸਰ, ਕਾਲ ਲੈਣੇ ਆਪਾਂ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਂ ਪ੍ਰਿਆ ਗੱਲ ਕਰ ਰਹੀ ਹਾਂ ਚੰਡੀਗੜ੍ਹ ਤੋਂ। ਹਾਂਜੀ ਦੱਸੋ ਪ੍ਰਿਆ, ਕੀ ਸਵਾਲ ਹੈ? ਮੈਮ ਐਕਚੁਅਲੀ ਮੈਂ ਪੇਪਰ ਦਿੱਤਾ, ਮੇਰੇ ਬੈਂਡ ਦੀ ਆ ਗਈ 6.5, ਬਟ ਮੈਂ ਦੇਖ ਰਹੀ ਹਾਂ ਕਿ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀਆਂ ਨੇ। ਐਕਚੁਅਲੀ ਮੇਰੀ ਮਾਸੀ ਦੀ ਕੁੜੀ ਸੀਗੀ, ਉਹਨੇ ਵੀ ਆਪਣਾ 7 ਬੈਂਡ ਸੀਗੇ ਤੇ ਤਾਂ ਵੀ ਉਹਦੀ ਰਿਫਿਊਜ਼ਲ ਆ ਗਈ। ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕਿਆ ਮੈਂ ਮਤਲਬ ਕਦੋਂ ਆਪਣੀ ਫਾਈਲ ਅਪਲਾਈ ਕਰਾਂ? ਪ੍ਰਿਆ, ਕੀ ਤੁਹਾਡੀ ਸਟੱਡੀ ਕੀ ਕੀਤੀ ਹੈ ਤੁਸੀਂ ਇੱਥੇ? ਮੈਂ +2 +2 ਕੀਤੀ, ਕਦੋਂ ਕੰਪਲੀਟ ਹੋਈ, ਕਿੰਨੇ % ਨੰਬਰ ਆਏ, ਕਿਹੜੀ ਸਟਰੀਮ ਦੇ ਵਿੱਚ ਕੀਤੀ ਹੈ? 78% ਕਾਮਰਸ ਦੇ ਵਿੱਚ 22 22 ਦੇ ਵਿੱਚ ਕੀਤੀ ਹੈ। ਤੇ ਹੁਣ ਕੈਨੇਡਾ ਦੀ ਤੁਹਾਡੀ ਕੋਈ ਲੋਕੇਸ਼ਨ ਪ੍ਰੈਫਰੈਂਸ, ਕੋਰਸ ਪ੍ਰੈਫਰੈਂਸ ਹੈਗੀ ਹੈ? ਨਹੀਂ ਮੈਮ, ਕੋਈ ਵੀ ਚੱਲ ਲੂੰਗੀ। ਠੀਕ ਹੈ ਪ੍ਰਿਆ, ਤੁਹਾਡੇ ਸਵਾਲ ਦਾ ਜਵਾਬ ਤੁਸੀਂ TV ਸਕਰੀਨ ਤੇ ਸੁਣ ਸਕਦੇ ਹੋ। ਜੀ ਸਰ, ਉਹੀ ਡਰ ਕੇ ਕਈ ਵਾਰੀ ਦੇਖੋ ਚੰਗੇ 7 ਬੈਂਡ ਹੈ, ਉਹੀ ਮੈਂ ਹੁਣੇ ਆਪਾਂ ਇਸੇ ਚੀਜ਼ ਨੂੰ ਟੱਚ ਕੀਤਾ ਸੀ ਪਹਿਲਾਂ, ਚਾਹੇ ਬੱਚੇ ਦੇ 7 ਬੈਂਡ ਹੈ, ਪਰ ਜੇ ਪਰਸੈਂਟੇਜ ਥੋੜੀ ਹੋਏਗੀ ਫਿਰ ਬੱਚੇ ਕਹਿੰਦੇ ਕਿ ਸਾਨੂੰ ਮੇਨ ਲੋਕੇਸ਼ਨਸ ਤੇ ਜਾਣਾ ਹੈ, ਸਾਨੂੰ ਇੱਕ ਇੱਦਾਂ ਦਾ ਕੋਰਸ ਦੇ ਦਿਓ ਜਿਹੜਾ ਆਲਰੇਡੀ ਬਹੁਤ ਸਾਰੇ ਸਟੂਡੈਂਟਸ ਪੜ੍ਹ ਰਹੇ ਆ। ਸੋ ਉਹੀ ਚੀਜ਼ ਮੈਂ ਪਹਿਲਾਂ ਵੀ ਆਪਣੇ ਸ਼ੋਅ 'ਚ ਡਿਸਕਸ ਕੀਤੀ। ਸਪੋਜ਼ ਤੁਹਾਡੇ 7 ਬੈਂਡ ਹੈਗੇ, ਬੱਚੇ ਬਹੁਤ ਹੀ ਓਵਰ ਕੌਨਫੀਡੈਂਟ ਹੋ ਜਾਂਦੇ ਆ ਕਿ ਮੇਰੇ ਤਾਂ 7 ਬੈਂਡ ਹੈ, ਮੈਨੂੰ ਕਿੰਨੇ ਰਿਫਿਊਜ਼ ਕਰਨਾ ਹੈ। ਬਟ ਉਹਦੇ ਵਿੱਚ ਵੀ ਆਪਾਂ ਨੂੰ ਅਸੈਸਮੈਂਟ ਕਰਨ ਦੀ ਲੋੜ ਹੈਗੀ ਹੈ ਕਿ ਮੇਰੇ 7 ਬੈਂਡ ਹੈ, ਮੈਨੂੰ ਕਿੱਥੋਂ ਵੀਜ਼ਾ ਮਿਲੇਗਾ। ਪਹਿਲਾਂ ਹੁੰਦਾ ਸੀ ਕਿ ਬੱਚੇ ਦੇ 6 ਬੈਂਡ ਆਉਂਦੇ ਸੀ, ਬੱਚਾ ਕਹਿੰਦਾ ਸੀ ਵੀਜ਼ਾ ਲੱਗ ਗਿਆ, ਕਿਉਂਕਿ ਨੰਬਰ ਆਫ ਫਾਈਲਸ ਘੱਟ ਹੈਗੀਆਂ ਸੀ ਤਾਂ ਵੀਜ਼ਾ ਸਕਸੈਸ ਰੇਟ ਜ਼ਿਆਦਾ ਸੀ। ਸੋ ਕੈਨੇਡਾ ਕੋਲ ਜੇ 4.5 ਲੱਖ ਫਾਈਲ ਲੱਗੀ ਔਰ ਕੈਨੇਡਾ ਨੇ ਸਪੋਜ਼ 2.25 ਲੱਖ ਬੱਚਿਆਂ ਨੂੰ ਵੀਜ਼ਾ ਦੇਣਾ ਜਾਂ 2.5 ਲੱਖ ਬੱਚਿਆਂ ਨੂੰ ਵੀਜ਼ਾ ਦੇਣਾ, ਤਾਂ ਵੀਜ਼ਾ ਸਕਸੈਸ ਰੇਟ ਆਪੇ ਹੀ 50-60% ਰਹਿ ਗਿਆ। ਚਾਹੇ ਤੁਹਾਡੀ ਪ੍ਰੋਫਾਈਲ ਜਿੰਨੀ ਮਰਜ਼ੀ ਵਧੀਆ ਕਿਉਂ ਨਹੀਂ ਹੈਗੀ, ਪਰ ਜੇ ਤੁਸੀਂ ਆਪਣੀ ਅਸੈਸਮੈਂਟ ਕਰਕੇ ਸਹੀ ਤਰੀਕੇ ਨਾਲ ਫਾਈਲ ਨਹੀਂ ਲਗਾਈ ਹੈ ਤਾਂ ਯੂ ਆਰ ਟੈਂਡ ਟੂ ਗੈਟ ਰਿਫਿਊਜ਼ਲ। ਸੋ ਹੁਣ ਕੈਨੇਡਾ 'ਚ ਥੋੜ੍ਹਾ ਜਿਹਾ ਸਾਨੂੰ ਧਿਆਨ ਨਾਲ ਇੱਕ ਸਹੀ ਤਰੀਕੇ ਨਾਲ ਆਪਣੀ ਫਾਈਲ ਪੁੱਟਅਪ ਕਰਨ ਦੀ ਲੋੜ ਪਏਗੀ, ਔਰ ਮਲਟੀਪਲ ਟਾਈਮਸ ਪੁੱਟਅਪ ਕਰਨ ਦੀ ਵੀ ਲੋੜ ਪਏਗੀ। ਕਈ ਬੱਚਿਆਂ ਨੂੰ ਫਸਟ ਟਾਈਮ ਵੀਜ਼ਾ ਨਹੀਂ ਮਿਲੇਗਾ, ਉਹ ਸੈਕੰਡ ਟਾਈਮ ਆਪਣੀ ਫਾਈਲ ਪੁੱਟਅਪ ਕਰਨਗੇ। ਕਈ ਬੱਚੇ ਜਿਵੇਂ ਹੁਣ ਮਾਸਟਰਸ ਹੈ, ਵੀ ਡਿਪਲੋਮੇ 'ਚ ਅਪਲਾਈ ਕਰਨਗੇ, ਉਹਨਾਂ ਨੂੰ ਫਿਰ ਮੈਂ ਐਡਵਾਈਸ ਕਰਾਂਗਾ ਕਿ ਉਹ ਯੂਨੀਵਰਸਿਟੀ ਚੂਜ਼ ਕਰਕੇ ਫਿਰ ਆਪਣੀ ਫਾਈਲ ਲਗਾਉਣ। ਕਈ ਬੱਚੇ ਬਹੁਤ ਹੀ ਲਾਈਟਲੀ ਲੈ ਜਾਂਦੇ ਕਿ ਮੇਰੇ ਤਾਂ 8 ਬੈਂਡ ਹੈ, ਹੁਣੇ ਮੈਨੂੰ ਬੱਚਾ ਮਿਲਿਆ B ਫਾਰਮੇਸੀ ਕੀਤੀ ਹੈ, 8 ਬੈਂਡ ਹੈ, ਪਰ ਰਿਫਿਊਜ਼ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ 'ਚ ਅਸੀਂ ਧਿਆਨ ਦਈਏ ਤਾਂ ਸਟੂਡੈਂਟਸ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਸੀਰੀਅਸਲੀ ਲਈਏ ਕਿ ਆਪਾਂ ਕਿਵੇਂ ਆਪਣੀ ਫਾਈਲ ਪੁੱਟਅਪ ਕਰੀਏ। ਬਿਲਕੁਲ ਜੀ, ਤੇ ਇਹ ਵੀ ਡਰਨਾ ਨਹੀਂ ਹੈਗਾ, ਜਿਵੇਂ ਪ੍ਰਿਆ ਦਾ ਕਾਲ ਆਇਆ ਸੀਗਾ ਹੁਣੇ ਕਿ ਰਿਫਿਊਜ਼ਲਸ ਆ ਰਹੀਆਂ ਨੇ, ਫਿਰ ਅਸੀਂ ਸੋਚਦੇ ਰਹਿੰਦੇ ਹਾਂ ਕਿ ਰਿਫਿਊਜ਼ਲ ਬੜੀਆਂ ਆ ਰਹੀਆਂ ਨੇ, ਹੁਣ ਅਸੀਂ ਅਪਲਾਈ ਨਾ ਕਰੀਏ। ਰਿਫਿਊਜ਼ਲ ਦੇ ਨਾਲ ਨਾਲ ਰਿਜ਼ਲਟ ਵੀ ਬਹੁਤ ਵਧੀਆ ਆ ਹੀ ਰਹੇ ਨੇ। ਹੋ ਸਕਦਾ ਕੁਝ ਇੱਕ ਫਾਈਲਸ ਦੀਆਂ ਰਿਫਿਊਜ਼ਲ ਆ ਗਈਆਂ, ਪਰ ਉਹਦਾ ਕਰਕੇ ਤੁਸੀਂ ਵੇਟ ਨਹੀਂ ਕਰ ਸਕਦੇ। ਤੁਸੀਂ ਵੇਟ ਕਰਦੇ ਰਹੋਗੇ, ਹਾਈ ਰਿਫਿਊਜ਼ਲ ਆ ਗਈ, ਮੈਂ ਥੋੜ੍ਹਾ ਜਿਹਾ ਵੇਟ ਕਰਕੇ ਅਗਲੇ ਮਹੀਨੇ 2 ਮਹੀਨੇ ਬਾਅਦ ਜੋ ਅਗਲੇ ਇਨਟੇਕ ਦੇ ਵਿੱਚ ਜਾ ਕੇ ਅਪਲਾਈ ਕਰਾਂਗੀ, ਉਦੋਂ ਤੱਕ ਫਿਰ ਹੋਰ ਬਹੁਤ ਰਸ਼ ਪੈ ਜਾਏਗਾ। ਸੋ ਜੇ ਕੈਨੇਡਾ ਦੇ ਵਿੱਚ ਰਿਫਿਊਜ਼ਲ ਆ ਵੀ ਜਾਂਦੀ ਹੈ, ਬਹੁਤ ਚੰਗੇ ਪ੍ਰੋਫਾਈਲ ਦੀ ਵੀ ਆਉਂਦੀ ਹੈ, ਤੇ ਰੀਅਪਲਾਈ ਤੁਸੀਂ ਕਰ ਸਕਦੇ ਹੈਗੇ ਹੋ, ਉਹ ਤੁਹਾਨੂੰ ਆਪਸ਼ਨ ਮਿਲਦੀ ਹੈ। ਚਾਹੇ ਸਰ 2-3-4 ਵਾਰ ਵੀ ਰਿਫਿਊਜ਼ਲ ਆਈਆਂ ਉਹਨਾਂ ਤੇ ਵੀ ਰਿਜ਼ਲਟ ਆਏ ਨੇ। ਸੋ ਜੋ ਤੁਹਾਡੀ ਦੇਖੋ, ਤੁਸੀਂ ਇੱਕ ਪ੍ਰਾਈਵੇਟ ਕਾਲਜ 'ਚ ਭਾਵੇਂ 3 ਵਾਰੀ ਅਪਲਾਈ ਕਰਤਾ, ਤੁਹਾਨੂੰ ਵੀਜ਼ਾ ਨਹੀਂ ਮਿਲ ਰਿਹਾ, ਸੋ ਦੈਟ ਮੀਨਸ ਮੈਂ ਉਹਨੂੰ ਕਹਾਂਗਾ ਕਿ ਤੁਸੀਂ ਆਪਣੀ ਸਹੀ ਢੰਗ ਦੇ ਨਾਲ ਫਾਈਲ ਹੀ ਨਹੀਂ ਪੁੱਟਅਪ ਕੀਤੀ। ਤੁਸੀਂ ਇੱਕ ਗਲਤ ਕੋਰਸ ਵਿੱਚ 5 ਵਾਰੀ ਅਪਲਾਈ ਕਰ ਦਿਓ, ਸੋ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਬਾਰ-ਬਾਰ ਇੱਕੋ ਗਲਤੀ ਦੁਬਾਰਾ ਰਿਪੀਟ ਕਰੀ ਜਾ ਰਹੇ ਹੋ। ਵੇਅਰ ਐਜ਼ ਜਦੋਂ ਵੀਜ਼ਾ ਆਫਿਸਰ ਤੁਹਾਡੀ ਫਾਈਲ 'ਚ ਕੁਝ ਚੇਂਜ ਦੇਖਣਾ ਚਾਹੁੰਦਾ ਹੈ, ਆਪਾਂ ਇਸ ਚੀਜ਼
ਚੀਜ਼ ਨੂੰ ਆਪਾਂ ਬਹੁਤ ਧਿਆਨ 'ਚ ਰੱਖੀਏ ਕਿ ਆਪਾਂ ਆਪਣੀ ਫਾਈਲ 'ਚ ਕੀ ਸਹੀ ਤਰੀਕੇ ਦਾ ਚੇਂਜ ਲੈ ਕੇ ਆ ਰਹੇ ਹਾਂ, ਜਿਹਦੇ ਨਾਲ ਵੀਜ਼ਾ ਆਫਿਸਰ ਕਨਵਿੰਸ ਹੋ ਜਾਏ ਔਰ ਸਾਨੂੰ ਵੀਜ਼ਾ ਅਪਰੂਵਲ ਦੇ। ਸੋ ਸਟੂਡੈਂਟਸ ਦੇਖੋ, ਫੋਨ ਬਹੁਤ ਆਉਂਦੇ ਆ ਸਾਡੇ ਕੋਲ ਕਿ ਸਾਡਾ ਸਰ ਵੀਜ਼ਾ ਲੱਗ ਜਾਏਗਾ, ਸਾਡੇ ਪੇਪਰ ਅਸੈਸ ਕਰ ਦਿਓ। ਦੇਖੋ, ਫੋਨ ਤੇ ਅਸੈਸਮੈਂਟ ਕਰਨੀ ਸਾਡੇ ਲਈ ਬਹੁਤ ਹੀ ਡਿਫਿਕਲਟ ਹੈਗੀ ਹੈ। ਜੇ ਤੁਸੀਂ ਇੱਕ ਸੀਰੀਅਸ ਕੈਂਡੀਡੇਟ ਹੈਗੇ ਹੋ, ਸਾਡੇ ਆਫਿਸਿਸ ਹੈਗੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੋਗਾ, ਚੰਡੀਗੜ੍ਹ ਸੈਕਟਰ 17, ਚੰਡੀਗੜ੍ਹ 41, ਮੋਹਾਲੀ, ਜੀਂਦ ਹਰਿਆਣਾ, ਜੰਮੂ 'ਚ ਸਾਡਾ ਆਫਿਸ ਹੈ, ਗੁਜਰਾਤ 'ਚ ਵਡੋਦਰਾ 'ਚ ਸਾਡਾ ਆਫਿਸ ਹੈ। ਸੋ ਨੀਅਰੈਸਟ ਆਫਿਸ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਸਰਚ ਕਰੋ ਔਰ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ, ਆਪਣੇ ਡਾਕੂਮੈਂਟਸ ਲੈ ਕੇ ਆਓ। ਜੇ ਪ੍ਰੀਵੀਅਸ ਰਿਫਿਊਜ਼ਲ ਹੈ ਤਾਂ ਰਿਫਿਊਜ਼ਲ ਲੈਟਰ ਲੈ ਕੇ ਆਓ, ਆਪਣੇ ਐਪਲੀਕੇਸ਼ਨ ਫਾਰਮਸ ਲੈ ਕੇ ਆਓ, ਫੈਮਿਲੀ ਇਨਫੋਰਮੇਸ਼ਨ ਫਾਰਮ ਲੈ ਕੇ ਆਓ, SOP ਲੈ ਕੇ ਆਓ, ਆਪਣੇ ਪੇਰੈਂਟਸ ਦੇ ਨਾਲ ਆਓ, ਕਿਉਂਕਿ ਆਪਾਂ ਇਕੱਠੇ ਬੈਠ ਕੇ ਇੱਕ ਡਿਸਾਈਡ ਕਰ ਸਕੀਏ ਕਿ ਕੀ ਹੋ ਸਕਦਾ ਹੈ ਤੁਹਾਡੀ ਫਾਈਲ ਤੇ। ਨਹੀਂ ਤਾਂ ਅਸੀਂ ਜਿਵੇਂ ਲਟਕ ਰਹੇ ਹਾਂ ਉੱਦਾਂ ਹੀ ਲਟਕਦੇ ਰਹਾਂਗੇ, ਕਿਉਂਕਿ ਫੋਨ ਬਹੁਤ ਆਉਂਦੇ ਆ ਸਾਡੇ ਕੋਲ। ਦਿਨ ਦੇ ਤੁਸੀਂ ਕਹੋ ਕਿ 1000 ਫੋਨ ਆ ਜਾਂਦੇ ਆ ਕਿ ਇਹ ਪੁੱਛਣ ਨੂੰ ਸਰ ਵੀਜ਼ਾ ਲੱਗ ਜਾਏਗਾ, ਵੀਜ਼ਾ ਲੱਗ ਜਾਏਗਾ। ਮੈਨੂੰ ਲੱਗਦਾ ਫੋਨ ਤੇ ਵੀਜ਼ਾ ਨਹੀਂ ਲੱਗਣਾ ਬੱਚਿਓ। ਤੁਸੀਂ ਵਿਜ਼ਿਟ ਕਰੋ ਨੀਅਰੈਸਟ ਆਫਿਸ, ਸਾਡੇ ਕਾਉਂਸਲਰ ਟ੍ਰੇਨਡ ਹੈਗੇ ਆ। ਜੇ ਤੁਸੀਂ ਮੇਰੇ ਨਾਲ ਵੀਡੀਓ ਕਾਲ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਵੀਡੀਓ ਕਾਲ ਕਰੋ, ਤਾਂ ਕਿ ਆਪਾਂ ਕਿਸੇ ਸਹੀ ਤਰੀਕੇ ਇੱਕ ਸਹੀ ਰਾਹ ਤੇ ਚੱਲੀਏ। ਬਿਲਕੁਲ ਜੀ। ਸੋ ਮਿਹਨਤ ਤੁਹਾਨੂੰ ਕਰਨੀ ਪਏਗੀ। ਜੇਕਰ ਤੁਸੀਂ ਇੱਦਾਂ ਕਨਫਿਊਜ਼ ਰਹੇ, ਚਲੋ ਸੋਚਦੇ ਆ ਇਹਦੀ ਸਲਾਹ ਲੈ, ਉਹਦੀ ਸਲਾਹ ਲੈ, ਫਿਰ ਦਿੱਕਤ ਤੁਹਾਨੂੰ ਆਏਗੀ। ਸੋ ਬੇਝਿਜਕ ਹੋ ਕੇ ਇੱਕ ਚੰਗਾ, ਜਿਵੇਂ ਕਿ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਸਾਲਾਂ ਤੋਂ ਸਰਵਿਸਿਜ਼ ਦੇ ਰਿਹਾ, ਬਹੁਤ ਹਜ਼ਾਰਾਂ ਸਟੂਡੈਂਟ ਆਲਰੇਡੀ ਇਹਨਾਂ ਦੇ ਥਰੂ ਗਏ ਨੇ। ਸੋ ਮੈਂ ਇਹ ਕਹਾਂਗੀ, ਚਾਹੇ ਲੈਂਡਮਾਰਕ ਇਮੀਗ੍ਰੇਸ਼ਨ ਚਾਹੇ ਕਿਤੋਂ ਵੀ ਤੁਸੀਂ ਅਪਲਾਈ ਕਰਦੇ ਹੋ, ਪਰ ਪਹਿਲਾਂ ਇਹ ਦੇਖੋ ਕਿ ਅਸੀਂ ਕਿਹੜੀ ਕੰਪਨੀ ਦੇ ਥਰੂ ਅਪਲਾਈ ਕਰ ਰਹੇ ਹੋ, ਕਿੰਨੇ ਕੁ ਸਾਲ ਹੋ ਗਏ, ਕੀ ਐਕਸਪੀਰੀਅੰਸ ਆ, ਕੀ ਉਹਨਾਂ ਦੇ ਰਿਜ਼ਲਟ ਆਏ ਨੇ, ਕਿੱਦਾਂ ਕਿਤੇ ਬੱਚੇ ਉਹਨਾਂ ਦੇ ਥਰੂ ਜਾ ਚੁੱਕੇ ਨੇ। ਸੋ ਇਹ ਸਾਰੀਆਂ ਚੀਜ਼ਾਂ ਤੇ ਵੀ ਸਰਚ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸਿਸ ਤੁਹਾਨੂੰ ਤੁਹਾਡੇ ਨਜ਼ਦੀਕ ਮਿਲ ਹੀ ਜਾਣਗੇ। ਮੈਨੂੰ ਵੀ ਇੰਨੇ ਸਾਲ ਹੋ ਗਏ ਸ਼ੋਜ਼ ਕਰਦੀ ਨੂੰ। ਸੋ ਮੈਂ ਵੀ ਇਹੀ ਕਹਾਂਗੀ ਕਿ ਬਿਨਾਂ ਡਰੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਤੇ ਭਰੋਸਾ ਕਰ ਸਕਦੇ ਹੋ, ਆਪਣਾ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ। ਸੋ ਜਾਂਦੇ ਜਿਵੇਂ ਮੈਂ ਕਿਹਾ ਕਿ ਆਹ ਚੀਜ਼ਾਂ ਦੇਖਣੀਆਂ ਤੁਹਾਡੇ ਲਈ ਬਹੁਤ ਜ਼ਰੂਰੀ ਹੈਗੀਆਂ ਨੇ ਕਿ ਕਿੱਦਾਂ ਦੇ ਬੱਚੇ ਜਾ ਰਹੇ ਨੇ, ਰਿਜ਼ਲਟ ਆ ਵੀ ਰਹੇ ਨੇ ਇਸ ਕੰਪਨੀ ਦੇ ਕਿ ਨਹੀਂ ਆ ਰਹੇ ਨੇ। ਸੋ ਇਸੇ ਕਰਕੇ ਬਹੁਤ ਸਾਰੇ ਸਟੂਡੈਂਟਸ ਦੀ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ। ਉਹ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਨ੍ਹਾਂ ਦੇ ਵੀਜ਼ਾ ਆਏ ਨੇ। ਤੁਸੀਂ ਵੀ ਇਹਨਾਂ ਬੱਚਿਆਂ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਬਸ ਭਰੋਸਾ ਕਰਨ ਦੀ ਜ਼ਰੂਰਤ ਹੈ। ਨੰਬਰ ਤੁਹਾਡੇ ਕੋਲ ਆ ਗਏ ਨੇ, ਸ਼ੋਅ ਖਤਮ ਹੋਣ ਦਾ ਟਾਈਮ ਹੋ ਗਿਆ, ਪਰ ਇਹਨਾਂ ਨੰਬਰ ਨੂੰ ਤੁਸੀਂ ਜਲਦ ਤੋਂ ਜਲਦ ਨੋਟ ਕਰਕੇ ਰੱਖੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਜਸਮੀਤ ਭਾਟੀਆ ਔਰ ਅੱਜ ਮੇਰੇ ਨਾਲ ਨੇ ਗੁਰਜੀਤ ਸਿੰਘ। ਸੋ ਅੱਜ ਮੈਨੂੰ ਲੱਗਦਾ ਇਹ ਗੁਰਜੀਤ ਸਿੰਘ ਦਾ ਦੂਜਾ ਜਾਂ ਤੀਜਾ ਵੀਜ਼ਾ ਹੈ ਸੇਮ ਨਾਮ ਤੋਂ। ਸੋ ਗੁਰਜੀਤ, ਕਿੱਦਾਂ ਦਾ ਲੱਗ ਰਿਹਾ? ਸਰ ਮੈਂ ਬਹੁਤ ਹੈਪੀ ਹਾਂ ਤੁਹਾਡੀ ਸਰਵਿਸ ਤੋਂ, ਤੇ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਸਰ। ਸੋ ਪੀਟੀ ਤੇ ਵੀਜ਼ਾ ਆਇਆ, ਠੀਕ ਹੈ। ਲੋਕੀ ਰੋਜ਼ ਹੀ ਮੇਰੇ ਨਾਲ ਪੀਟੀ ਬਾਰੇ ਬਹੁਤ ਡਿਸਕਸ ਕਰਦੇ। ਤੁਸੀਂ ਮੇਰਾ YouTube ਲਾਈਵ ਦੇਖਦੇ ਹੋਣੇ? ਹਾਂਜੀ ਸਰ, ਉਹ ਮੈਂ ਰੋਜ਼ ਹੀ ਦੇਖਦਾ ਸਕਸੈਸ ਸਟੋਰੀਜ਼। ਤੇ ਪੀਟੀ ਤੇ ਤੁਹਾਡਾ ਵੀਜ਼ਾ ਆਇਆ। ਰੋਜ਼ ਮੇਰੇ ਬੱਚਿਆਂ ਤੋਂ ਸਭ ਤੋਂ ਵੱਡਾ ਸਵਾਲ ਹੀ PTE ਹੈ। ਸੋ ਅੱਜ ਤੁਹਾਡਾ ਵੀ PTE ਤੇ ਵੀਜ਼ਾ ਆਇਆ ਔਰ ਪਹਿਲਾਂ ਰਿਫਿਊਜ਼ਲ ਸੀ, ਉਸ ਤੋਂ ਬਾਅਦ ਜਦੋਂ ਕੈਨੇਡਾ ਦਾ ਵੀਜ਼ਾ ਦੇਖਣ ਨੂੰ ਮਿਲਦਾ ਨਾ, ਹਾਂਜੀ ਸਰ, ਤਾਂ ਮੇਰੇ ਹਿਸਾਬ ਨਾਲ ਇਸ ਤੋਂ ਜ਼ਿਆਦਾ ਖੁਸ਼ੀ ਨਹੀਂ ਹੁੰਦੀ। ਨਹੀਂ ਸਰ, ਇਸ ਤੋਂ ਜ਼ਿਆਦਾ ਖੁਸ਼ੀ ਨਹੀਂ। ਸੋ ਪਹਿਲੀ ਰਿਫਿਊਜ਼ਲ ਸੀ? ਹਾਂਜੀ ਸਰ, ਫਸਟ ਟਾਈਮ ਰਿਫਿਊਜ਼ਲ ਸੀ ਸਰ ਮੇਰੀ। ਸੋ ਲਾਸਟ ਕੁਆਲੀਫਿਕੇਸ਼ਨ ਕਦੋਂ ਹੈ? ਸਰ ਮੇਰੀ 2020 ਚ BTech ਹੈ ਸਰ। ਸੋ ਕਿੰਨੀ ਪਰਸੈਂਟੇਜ ਸੀ ਆਪਣੀ? ਸਰ 64। 64 ਤੇ ਬੈਕਲੌਗ ਸੀ? 2 ਬੈਕਲੌਗ ਸੀ ਸਰ। ਸੋ ਵਧੀਆ ਕੈਂਡੀਡੇਟ ਹੈ। 2 ਬੈਕਲੌਗ ਸੀ ਤੁਹਾਡੇ, ਪਰ ਪਹਿਲੀ ਵਾਰੀ ਤੁਸੀਂ ਪ੍ਰਾਈਵੇਟ ਕਾਲਜ ਚਲਾਇਆ? ਹਾਂਜੀ ਸਰ। ਪੈਕੇਜ ਸਿਸਟਮ ਚਲਾਇਆ? ਹਾਂਜੀ ਸਰ, ਪੈਕੇਜ ਸਿਸਟਮ ਚਲਾਇਆ ਤੇ ਉਹਦੇ ਮਤਲਬ ਮੈਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਸੋ ਕੀ ਪਿਆ। ਕਹਿਣਾ ਚਾਹੋਗੇ? ਦੇਖੋ ਬਹੁਤ ਸਾਰੇ ਬੱਚੇ ਹੈਗੇ ਆ, ਮਤਲਬ ਤੁਹਾਡੇ ਵਾਂਗੂ ਪਿੰਡਾਂ ਤੋਂ ਆਉਂਦੇ ਆ ਵਿਚਾਰੇ, ਉਹਨਾਂ ਨੂੰ ਸਹੀ ਗਾਈਡੈਂਸ ਨਹੀਂ ਮਿਲ ਪਾਉਂਦੀ। ਮੈਂ ਰੋਜ਼ ਬੱਚਿਆਂ ਨੂੰ ਕਹਿੰਦਾ ਕਿ ਆਪਾਂ ਜੇ ਸਟੈਪ ਵਾਈਜ਼ ਪ੍ਰੋਸੀਜਰ ਫੋਲੋ ਕਰਾਂਗੇ ਹਾਂਜੀ ਸਰ, ਤਾਂ ਵੀਜ਼ਾ ਜ਼ਰੂਰ ਲੱਗੇਗਾ। ਤੁਸੀਂ ਤੁਸੀਂ ਕਹੋਗੇ ਨਾ ਮੇਰੇ ਵਾਲੀ ਨਹੀਂ ਸੁਣਦੇ, ਸ਼ਾਇਦ ਤੁਹਾਡੇ ਵਾਲੀ ਸੁਣਨ। ਹਾਂਜੀ ਸਰ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਇੱਕ ਨੋਰਮਲ ਪਿੰਡ ਤੋਂ ਉੱਠ ਕੇ ਆਇਆ ਅਤੇ ਮੈਨੂੰ ਬਹੁਤ ਵਧੀਆ ਸਰਵਿਸ ਲੱਗੀਆਂ ਤੁਹਾਡੀਆਂ। ਅਤੇ ਮੈਨੂੰ ਹਰ ਇੱਕ ਜਦੋਂ ਵੀ ਮੈਂ ਫੋਨ ਕਰਦਾ ਅਤੇ ਮੈਨੂੰ ਹਰ ਟਾਈਮ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਸੀ, ਅਤੇ ਮੈਨੂੰ ਇੱਕ ਵੀ ਤਰ੍ਹਾਂ ਦੀ ਪ੍ਰੋਬਲਮ ਇੱਦਾਂ ਦੀ ਫੇਸ ਨਹੀਂ ਹੋਈ ਕਿ ਮੈਨੂੰ ਵੀ ਕੋਈ ਇੱਦਾਂ ਦੀ ਡਿਫੀਕਲਟੀ ਫੇਸ ਕਰਨੀ ਪਈ ਹੋਵੇ। ਅਤੇ ਮੈਂ ਅੱਜ ਬਹੁਤ ਖੁਸ਼ ਹਾਂ ਸਰ, ਮੈਂ ਆਪਦਾ ਵੀਜ਼ਾ। ਮੈਂ ਸਾਰੇ ਸਟੂਡੈਂਟ ਨੂੰ ਇਹੀ ਕਹਿਣਾ ਚਾਹਾਂਗਾ ਕਿ ਪੈਕੇਜ ਸਿਸਟਮ ਨੂੰ ਅਵੋਇਡ ਕੀਤਾ ਜਾਵੇ, ਪ੍ਰਾਈਵੇਟ ਕਾਲਜਿਸ ਨੂੰ ਅਵੋਇਡ ਕੀਤਾ ਜਾਵੇ, ਸਹੀ ਜਗ੍ਹਾ ਲਗਾਓ। ਤੁਸੀਂ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ? ਸਰ ਮੈਂ ਯੂਨੀਵਰਸਿਟੀ ਕੈਨੇਡਾ ਵੈਸਟ ਜਾ ਰਿਹਾ, ਵੈਨਕੂਵਰ। ਸੋ MBA ਕਰਨ ਜਾ ਰਹੇ ਹੋ? MBA ਕਰਨ ਜਾ ਰਹੇ ਸੋ ਹਾਂ। ਪੜ੍ਹਾਈ ਚੰਗੀ ਤਰ੍ਹਾਂ ਕਰਿਓ ਉੱਥੇ। ਹਾਂਜੀ ਸਰ। ਵੈਨਕੂਵਰ ਦੇਖੋ ਕਿੰਨਾ ਸੋਹਣਾ ਹੈਗਾ, ਤੁਹਾਡੇ ਸਾਹਮਣੇ ਪਿੱਛੇ ਉਹ ਫੋਟੋ ਲੱਗੀ, ਉਹ ਵੈਨਕੂਵਰ ਦੀ ਹੈ। ਵੈਨਕੂਵਰ ਦੀ ਹੈ ਸਰ। ਸੋ ਵੈਨਕੂਵਰ ਮੈਨੂੰ ਸਭ ਤੋਂ ਸੋਹਣਾ ਸ਼ਹਿਰ ਲੱਗਦਾ। ਵੈਸੇ ਹੋਰ ਵੀ ਬਹੁਤ ਸੋਹਣੇ ਸੋਹਣੇ ਸ਼ਹਿਰ ਹੈ, ਪਰ ਮੈਨੂੰ ਸਮਹਾਉ ਵੈਨਕੂਵਰ ਬਹੁਤ ਹੀ ਵੈਨਕੂਵਰ, ਹਾਂਜੀ ਸਰ, ਬਹੁਤ ਔਰ ਵਧੀਆ ਤਰੀਕੇ ਪੜ੍ਹਾਈ ਕਰਿਓ ਔਰ ਪੇਰੈਂਟਸ ਦਾ ਨਾਮ ਰੋਸ਼ਨ ਕਰਿਓ। ਯੈਸ ਸਰ, ਥੈਂਕ ਯੂ।
ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।